सोर्सेस ऑफ द हिस्ट्री ऑफ पंजाब, सेकंड चैप्टर पंजाब ਦੇ ਇਤਿਹਾਸਿਕ ਸੋਮੇ। ਠੀਕ ਹੈ, ਜਿੱਦਾਂ ਨਾ ਕੁਐਸਚਨ ਤੋਂ ਹੀ ਸਾਨੂੰ ਨਾ ਇਹ ਚੀਜ਼ ਪਤਾ ਲੱਗ ਜਾਂਦੀ ਹੈ ਕਿ ਕੁਝ ਹਿਸਟਰੀ ਦੇ ਬਾਰੇ ਵਿੱਚ ਹੈ, ਕੁਝ ਇਤਿਹਾਸ ਦੇ ਬਾਰੇ ਵਿੱਚ ਹੈ। ਠੀਕ ਹੈ, ਜਿੱਦਾਂ ਸਾਡਾ ਕੁਐਸਚਨ ਹੀ ਏਦਾਂ ਬਣ ਜਾਂਦਾ ਹੈ ਕਿ ਸੋਰਸਿਸ ਆਫ ਦ ਹਿਸਟਰੀ ਆਫ ਪੰਜਾਬ, ਯਾਨੀ ਕਿ ਕੁਝ ਸੋਰਸ ਏਦਾਂ ਦੇ ਦੱਸੋ ਜਿਨ੍ਹਾਂ ਦੇ ਕਰਕੇ ਸਾਨੂੰ ਸਾਡੀ ਹਿਸਟਰੀ ਪਤਾ ਲੱਗਦੀ ਹੈ। ਠੀਕ ਹੈ, ਜਿੱਦਾਂ ਮੈਂ ਕਹਿ ਦਵਾਂ ਤੁਹਾਨੂੰ ਹਿਸਟਰੀ ਕਿੱਥੋਂ ਪਤਾ ਲੱਗਦੀ ਹੈ, ਤੁਸੀਂ ਕਹਿ ਦਵੋ ਜੀ ਬੁੱਕ ਚੋਂ। ਹੁਣ ਬੁੱਕ ਵਾਲਿਆਂ ਨੂੰ ਹਿਸਟਰੀ ਕਿੱਥੋਂ ਪਤਾ ਲੱਗਦੀ ਹੈ? ਗ੍ਰੰਥਾਂ ਤੋਂ। ਗ੍ਰੰਥ ਜਿਨ੍ਹਾਂ ਨੇ ਲਿਖਿਆ ਉਹ ਹਿਸਟਰੀ ਉਹਨਾਂ ਨੂੰ ਕਿੱਥੋਂ ਪਤਾ ਲੱਗੀ? ਉਹਨਾਂ ਨੂੰ ਉਹਨਾਂ ਦੇ ਜਾਂ ਤਾਂ ਕਿਸੇ ਗੁਰੂ ਤੋਂ, ਠੀਕ ਹੈ, ਜਾਂ ਫਿਰ ਉਹ ਜਿਹੜੀ ਜਗ੍ਹਾ ਦੇ ਉੱਤੇ ਜਾ ਕੇ ਆਏ ਆ ਉੱਥੋਂ। ਸੋ ਹਿਸਟਰੀ ਜਿਹੜੀ ਹੈਗੀ ਆ ਉਹਦਾ ਹੋਣਾ ਕੀ ਹੈ? ਜ਼ਰੂਰੀ ਹੈ। ਮਤਲਬ ਸਾਨੂੰ ਪਤਾ ਲੱਗ ਸਕੇ ਸਾਡੀ ਬੈਕ ਹਿਸਟਰੀ ਕਿੱਥੋਂ ਸਟਾਰਟ ਹੁੰਦੀ ਹੈ। ਓਕੇ, ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕਹਿੰਦੇ ਡਿਫਿਕਲਟੀ ਰਿਗਾਰਡਿੰਗ ਦਾ ਹਿਸਟਰੀ ਆਫ ਪੰਜਾਬ। ਹੁਣ ਕਹਿੰਦੇ ਕਿਹੜੀਆਂ ਡਿਫਿਕਲਟੀਜ਼ ਆਈਆਂ ਸਾਨੂੰ ਸਾਡੀ ਹਿਸਟਰੀ ਨੂੰ ਜਾਣਨ ਦੇ ਬਾਰੇ ਵਿੱਚ। ਇੱਕ ਗੱਲ ਚੰਗੀ ਤਰ੍ਹਾਂ ਯਾਦ ਰੱਖਣਾ, ਠੀਕ ਹੈ, ਜਿੱਦਾਂ ਤੁਸੀਂ ਮੰਨ ਲਓ ਤੁਸੀਂ ਲੋਕ ਮੈਨੂੰ ਨਹੀਂ ਜਾਣਦੇ, ਠੀਕ ਹੈ, ਤੁਸੀਂ ਲੋਕ ਮੈਨੂੰ ਨਹੀਂ ਜਾਣਦੇ, ਬਾਈ ਚਾਂਸ ਮੈਂ ਮਰ ਚੁੱਕੀ ਹਾਂ, ਮੇਰੀ ਹਿਸਟਰੀ ਜਾਣਨੀ ਹੈ ਨਾ, तो ਜਿਹੜੇ ਲੋਕ ਉਸ ਟਾਈਮ ਉੱਥੇ ਪ੍ਰੈਜ਼ੈਂਟ ਹੋਣਗੇ ਉਹ ਮੇਰੀ ਹਿਸਟਰੀ ਨੂੰ ਜਾਣ ਸਕਣਗੇ। ਠੀਕ ਹੈ, ਕੋਈ ਹੋਰ ਪਰਸਨ ਮੇਰੀ ਹਿਸਟਰੀ ਨੂੰ ਨਹੀਂ ਜਾਣ ਸਕਦਾ। ਠੀਕ ਹੈ, ਤੋ ਤੁਹਾਡੀ ਬੁੱਕ ਦੇ ਵਿੱਚ ਸੇਮ ਇਹ ਚੀਜ਼ਾਂ ਲਿਖੀਆਂ ਗਈਆਂ ਨੇ ਕਿ ਹਿਸਟਰੀ ਨੂੰ ਜਾਣਨ ਦੇ ਵਿੱਚ ਕੁਝ ਪ੍ਰੋਬਲਮਸ ਆਈਆਂ, ਤੇ ਉਹ ਪ੍ਰੋਬਲਮ ਕਿਹੜੀਆਂ ਸੀਗੀਆਂ, ਕਿਹੜੀਆਂ ਪ੍ਰੋਬਲਮ ਸਾਨੂੰ ਫੇਸ ਕਰਨੀਆਂ ਪਈਆਂ। ਪਹਿਲੀ ਪ੍ਰੋਬਲਮ ਇਹ ਸੀਗੀ, ਕਹਿੰਦੇ ਕਿ ਸ਼ਾਰਟ ਕਮਿੰਗ ਆਫ ਅ ਜਨਮ ਸਾਖੀ। ਕਹਿੰਦੇ ਜਨਮ ਸਾਖੀਆਂ ਦੇ ਵਿੱਚ ਦੋਸ਼। ਕਹਿੰਦੇ ਜਨਮ ਸਾਖੀਆਂ ਤੋਂ ਸਾਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਕਿਹੜਾ ਗੁਰੂ ਆਇਆ, ਠੀਕ ਹੈ, ਕਿਹੜੇ ਗੁਰੂ ਆਏ, ਠੀਕ ਹੈ, ਜਾਂ ਫਿਰ ਕਹਿ ਲਓ ਕਿ ਕਿਹੜੇ ਗੁਰੂ ਜਿਹੜੇ ਹੈਗੇ ਆ, ਕਿਹਨਾਂ ਗੁਰੂਆਂ ਨੇ ਕਿਹੜਾ ਕੰਮ ਕੀਤਾ, ਇਹ ਸਾਰਾ ਸਾਨੂੰ ਜਨਮ ਸਾਖੀਆਂ ਤੋਂ ਪਤਾ ਲੱਗਦਾ ਹੈ ਨਾ। ਲੇਕਿਨ ਪਹਿਲੀ ਪ੍ਰੋਬਲਮ ਇਹ ਸੀਗੀ ਕਿ ਜਨਮ ਸਾਖੀ ਜਦੋਂ ਰੈਡੀ ਕੀਤੀ ਗਈ ਉਹਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਜਿਹੜੀਆਂ ਜਸਟ ਬੇਸਡ ਔਨ ਇਮੇਜਿਨੇਸ਼ਨ। ਠੀਕ ਹੈ, ਜਿਹੜੀਆਂ ਚੀਜ਼ਾਂ ਕਿਤੇ ਬੇਸ ਸੀਗੀਆਂ, ਜਸਟ ਇਮੇਜਿਨੇਸ਼ਨ ਦੇ ਉੱਤੇ ਬੇਸ ਸੀਗੀਆਂ। ਠੀਕ ਹੈ, ਦੂਸਰੀ ਪ੍ਰੋਬਲਮ ਇਹ ਸੀਗੀ ਕਿ ਇਹਨਾਂ ਦੇ ਵਿੱਚੋਂ ਜਿਹੜੀਆਂ ਵੀ ਮਤਲਬ ਟ੍ਰੈਜੇਡੀ ਘਟਨਾਵਾਂ ਦਿੱਤੀਆਂ ਗਈਆਂ ਸੀ ਨਾ, ਉਹ ਕੋਈ ਵੀ ਘਟਨਾ ਜਿਹੜੀ ਹੈਗੀ ਆ ਤਰਤੀਬਵਾਰ, ਮਤਲਬ ਕਿ ਇੱਕ ਟਾਈਮ ਤੋਂ ਬਾਅਦ ਇੱਕ ਦੀ ਨਹੀਂ ਸੀ ਦਿੱਤੀ ਗਈ। ਠੀਕ ਹੈ, ਜਿੱਦਾਂ ਕਹਿ ਲਓ ਕਿ ਪਹਿਲਾਂ ਮੇਰਾ ਨਹੀਂ, ਮੈਂ ਐਗਜ਼ਾਮਪਲ ਆਪਣੀ ਦੇ ਰਹੀ ਹਾਂ। ਠੀਕ ਹੈ, तो कह लो कि चलो गुरुआं दी एग्जांपल ही दे दिंदे आ। पहला जेड़ी घटना नहीं सी हुई, ट्रेजेडी नहीं हुई, पहला वो कहती, फिर जेड़ी नहीं सी हुई फिर वो कहती, फिर जेड़ी होई सी ओनू छोड़ दिता, उस तो नेक्स्ट वाली कहती। सो इस तरह दीयां चीजां जेड़ियां सीगियां ओह लिखियां गईयां। ठीक है, सारा कुछ ऊपर लिख दिता गया है, टाइम सिर आया करो सारे जाने। ਤੇ ਉਸ ਤੋਂ ਬਾਅਦ ਤੁਹਾਡਾ ਹੈਗਾ ਕਹਿੰਦੇ ਤੀਸਰੀ ਪ੍ਰੋਬਲਮ ਇਹ ਸੀਗੀ ਕਿ ਜਨਮ ਸਾਖੀਆਂ ਦੇ ਵਿੱਚ ਜਿਹੜੀ ਹੈਗੀ ਆ ਬਹੁਤ ਸਾਰੀਆਂ ਪ੍ਰੋਬਲਮਸ ਇਹ ਪਾਈਆਂ ਗਈਆਂ ਸੀਗੀਆਂ ਕਿ ਇੱਕ ਦੀ ਜਨਮ ਸਾਖੀ ਦੂਸਰੀ ਦੀ ਜਨਮ ਸਾਖੀ ਦੇ ਨਾਲ ਮੈਚ ਨਹੀਂ ਹੁੰਦੀ। ਠੀਕ ਹੈ, ਦ ਚੈਪਟਰ ਨੇਮ ਇਜ਼ ਸੋਰਸਿਸ ਆਫ ਅ ਹਿਸਟਰੀ ਆਫ ਪੰਜਾਬ, ਚੈਪਟਰ ਨੰਬਰ 2 ਪੰਜਾਬ ਦੇ ਇਤਿਹਾਸਿਕ ਸੋਮੇ, ਫਰਸਟ ਪੁਆਇੰਟ। ਓਕੇ, ਟਾਈਮ ਨਾਲ ਆਇਆ ਕਰੋ ਬੱਚੇ ਸਾਰੇ। तो ਕਹਿੰਦੇ ਕਿ ਤੀਸਰਾ ਜਿਹੜਾ ਇਹ ਪ੍ਰੋਬਲਮ ਸੀਗੀ, ਕਿਸੇ ਇੱਕ ਦੀ ਜਨਮ ਸਾਖੀ ਦੂਸਰੀ ਦੀ ਜਨਮ ਸਾਖੀ ਦੇ ਨਾਲ ਮੈਚ ਨਹੀਂ ਸੀ ਹੁੰਦੀ। ਸਾਨੂੰ ਪਤਾ ਕਿੱਦਾਂ ਚੱਲੇਗਾ ਕੋਈ ਕੀ ਕਹਿ ਰਿਹਾ ਤੇ ਕੋਈ ਕੀ ਕਹਿ ਰਿਹਾ, ਹੈ ਨਾ? तो पता तो नहीं चलेगा ना। तीसरी प्रॉब्लम ये आ रही सी। चौथी प्रॉब्लम ये आ रही सीगी कि जन्म साखियां मतलब स्टूडेंट दे लिए नहीं सी इस तरह लगदियां कि जे जन्म साखी किसी स्टूडेंट नू कह लो कि एजुकेशन देने दे लिए नहीं है, ये किसी रिलीजियस दे नाल रिलेटेड है। ਅਸੀਂ ਤੁਹਾਨੂੰ ਕਾਲਜ ਜਾਂ ਸਕੂਲ ਦੇ ਵਿੱਚ ਰਿਲੀਜੀਅਸ ਦੇ ਨਾਲ ਰਿਲੇਟਡ ਕੋਈ ਚੈਪਟਰ ਕਰਵਾਨੇ ਆ? ਨਹੀਂ, ਅਸੀਂ ਕਹਿੰਨੇ ਆ ਆਹੀ ਧਰਮ ਮੰਨੋ, ਇਹੀ ਧਰਮ ਅੱਛਾ ਹੈ, ਇਹ ਧਰਮ ਬੁਰਾ ਹੈ, ਕੁਝ ਕਹਿੰਨੇ ਆ ਇਸ ਤਰ੍ਹਾਂ ਦਾ? ਨਹੀਂ ਕਹਿੰਦੇ। ਸੋ ਇਸ ਤਰ੍ਹਾਂ ਲੱਗਦਾ ਸੀ ਕਹਿੰਦੇ ਜਿਹੜੀਆਂ ਜਨਮ ਸਾਖੀਆਂ ਕ੍ਰੀਏਟ ਕੀਤੀਆਂ ਗਈਆਂ ਸੀ ਨਾ,
ਕਿਸੇ ਸਟੂਡੈਂਟ ਦੇ ਇੰਟਰਸਟ ਵਾਸਤੇ ਲਈ ਨਹੀਂ ਜਾਂ ਸਟੂਡੈਂਟ ਦੀ ਐਜੂਕੇਸ਼ਨ ਜਾਂ ਨੌਲੇਜ ਵਾਸਤੇ ਨਹੀਂ, ਬਲਕਿ ਇੱਕ ਰਿਲੀਜੀਅਸ ਦੇ ਨਾਲ ਰਿਲੇਟਡ ਕੋਈ ਕਨਸੈਪਟ ਹੈ। ਠੀਕ ਹੈ, ਸੋ ਇਸ ਤਰ੍ਹਾਂ। ਦੂਸਰਾ ਹੈਗਾ ਕਹਿੰਦੇ based view of ਮੁਸਲਿਮ ਹਿਸਟੋਰੀਅਨਸ। ਠੀਕ ਹੈ, ਕਹਿੰਦੇ ਕਿ ਮੁਸਲਿਮ ਇਤਿਹਾਸਕਾਰਾਂ ਦੇ ਪੱਖਪਾਤ ਪੂਰਨ ਵਿਚਾਰ। ਦੂਸਰੀ ਗੱਲ ਇਹ ਸੀਗੀ, ਕਹਿੰਦੇ ਇਹ ਜਿੰਨੀਆਂ ਵੀ ਹਿਸਟਰੀ ਉਸ ਸਮੇਂ ਦੇ ਵਿੱਚ ਲਿਖੀਆਂ ਗਈਆਂ ਸੀਗੀਆਂ, ਸਾਰੀਆਂ ਦੀਆਂ ਸਾਰੀਆਂ ਫਾਰਸੀ ਲੈਂਗੁਏਜ ਦੇ ਵਿੱਚ ਲਿਖੀਆਂ ਗਈਆਂ ਸੀ। ਫਾਰਸੀ ਦੇ ਵਿੱਚ ਮੁਸਲਿਮ ਜਿਹੜੇ ਸੀ ਬਹੁਤ ਰਿਜਿਡ ਸੀਗੇ। ਰਿਜਿਡ ਮਤਲਬ ਮੁਸਲਿਮ ਕਾਫੀ ਜ਼ਿਆਦਾ ਕਠੋਰ ਸੀ। ਹੁਣ ਤੁਸੀਂ ਦੇਖੋ, ਮੁਸਲਿਮ ਕਠੋਰ ਨੇ ਤੇ ਮੁਸਲਿਮ ਸਿੱਖਾਂ ਦੇ ਬਾਰੇ ਕੁਝ ਚੰਗਾ ਨਹੀਂ ਲਿਖਣਗੇ, ਹਿੰਦੂਆਂ ਦੇ ਬਾਰੇ ਵਿੱਚ ਕੁਝ ਸਹੀ ਲੈਂਗੁਏਜ ਨਹੀਂ ਲਿਖਣਗੇ, ਗੁਰੂਆਂ ਦੇ ਬਾਰੇ ਕੁਝ ਸਹੀ ਨਹੀਂ ਲਿਖਣਗੇ। ਹੁਣ ਤੁਸੀਂ ਆਪਣੇ ਆਪ ਸੋਚੋ, ਜਦੋਂ ਸਾਨੂੰ ਜ਼ਰੂਰਤ ਹੈ ਕਿਸੇ ਸਿੱਖੀਜ਼ਮ ਦੇ ਲੋਕਾਂ ਦੇ ਬਾਰੇ ਵਿੱਚ ਜਾਣਨ ਦੇ ਲਈ, ਲੇਕਿਨ ਜਿਹੜੀ ਜਨਮ ਸਾਖੀ ਹੈ, ਜਿਹੜੀਆਂ ਜੋ ਵੀ ਰਾਈਟ ਡਾਊਨ ਕੀਤਾ ਗਿਆ ਹੈ, ਸਾਰਾ ਦਾ ਸਾਰਾ ਫਾਰਸੀ ਲੈਂਗੁਏਜ ਦੇ ਵਿੱਚ ਕੀਤਾ ਗਿਆ ਵਾ, ਜਿਹੜੇ ਮੁਸਲਿਮਾਂ ਦੁਆਰਾ ਰਾਈਟ ਕੀਤਾ ਗਿਆ ਵਾ, ਉਹ ਕਦੇ ਵੀ ਸਾਡੇ ਸਿੱਖੀਜ਼ਮ ਦੇ ਲਈ ਕੋਈ ਅੱਛੀ ਚੀਜ਼ ਨਹੀਂ ਲਿਖਣਗੇ। ਤਾਂ ਪ੍ਰੋਬਲਮ ਆਉਂਦੀ ਸਾਨੂੰ ਸਾਡੀ ਹਿਸਟਰੀ ਨੂੰ ਜਾਣਨ ਦੇ ਵਿੱਚ। ਠੀਕ ਹੈ, ਕਿ ਜੋ ਲਿਖਿਆ ਗਿਆ ਵਾ ਉਹ ਅਕੋਰਡਿੰਗ ਟੂ ਮਤਲਬ ਅਕੋਰਡਿੰਗ ਟੂ ਹਿੰਦੂ ਜਾਂ ਫਿਰ ਅਕੋਰਡਿੰਗ ਟੂ ਸਿੱਖ ਨਹੀਂ ਹੈਗੇ। ਠੀਕ ਹੈ, ਉਸ ਤੋਂ ਬਾਅਦ ਕਹਿੰਦੇ ਬਹੁਤ ਵਾਰ ਸਿੱਖਾਂ ਨੂੰ ਥੀਫ ਲਿਖ ਦਿੱਤਾ ਗਿਆ ਵਾ, ਚੋਰ ਲਿਖ ਦਿੱਤਾ ਗਿਆ ਵਾ। ਠੀਕ ਹੈ, ਬਹੁਤ ਵਾਰ ਉਹਨਾਂ ਨੂੰ ਕਹਿ ਦਿੱਤਾ ਗਿਆ ਵਾ ਸਨੈਚਡ ਪਰਸਨ। ਠੀਕ ਹੈ, ਸਨੈਚਡ ਪਰਸਨ ਦਾ ਮਤਲਬ ਸਮਝਦੇ ਹੈਗੇ ਹੋ? ਸਨੈਚ ਪਰਸਨ ਦਾ ਮਤਲਬ ਹੁੰਦਾ ਹੈਗਾ ਵਾ, तो बहुत बार सिखा ਨੂੰ लिख ਦਿੱਤਾ ਗਿਆ ਹੈਗਾ ਸਨੈਚਡ ਪਰਸਨ, ਚੋਰ, ਡਾਕੂ, ਸਮਥਿੰਗ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਸਿੱਖਾਂ ਨੂੰ ਲਿਖ ਦਿੱਤੀਆਂ ਗਈਆਂ, ਜੋ ਚੀਜ਼ ਗਲਤ ਹੈ ਨਾ। ਸੋ ਉਸ ਤਰ੍ਹਾਂ ਉਸ ਤੋਂ ਬਾਅਦ ਹੈ ਬੇਸਡ ਵਿਊ ਆਫ ਦ ਹਿੰਦੂ ਪ੍ਰਿਸਟਲੀ ਕਲਾਸ। ਠੀਕ ਹੈ, ਪ੍ਰਿਸਟਲੀ ਮਤਲਬ ਹੁੰਦਾ ਹੈ ਪੱਖਪਾਤ ਪੂਰਨ। ਠੀਕ ਹੈ, तो ਕਹਿੰਦੇ ਕਿ ਹਿੰਦੂ ਪੁਜਾਰੀ ਸ਼੍ਰੇਣੀ ਦੇ ਪੱਖਪਾਤ ਦੇ ਵਿੱਚ ਵਿਚਾਰ। तो ਉਸ ਸਮੇਂ ਨਾ ਹਿੰਦੂ ਲੋਕ ਹੁੰਦੇ ਸੀਗੇ। ठीक है, हिंदू लोग जेडे सी स्टैचू ऑफ द वर्शिप, गॉड एंड गॉडेस वर्शिप। ठीक है, कास्ट बिलीव ऑन द कास्टिज्म। तो हिंदू लोग जेडे सीगे मूर्ति पूजा ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਦੇਵੀ ਦੇਵਤਿਆਂ ਦੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸੀਗੇ, ਕਾਸਟਿਜ਼ਮ ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਯਾਨੀ ਕਿ ਜਾਤੀ ਵਿੱਚ ਵਿਸ਼ਵਾਸ ਰੱਖਦੇ ਸੀਗੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਬਿਲੀਵ ਕਰਦੇ ਸੀਗੇ। ਸਿੱਖੀਜ਼ਮ ਦੇ ਲੋਕ ਨਹੀਂ ਸੀ ਬਿਲੀਵ ਕਰਦੇ, ਜਿਹਦੇ ਕਰਕੇ ਪ੍ਰੋਬਲਮ ਕੀ ਆਈ, ਹਿੰਦੂ ਲੋਕ ਵੀ ਕ੍ਰਿਟਿਸਾਈਜ਼ ਕਰਦੇ ਸੀ ਸਿੱਖਾਂ ਨੂੰ। ਠੀਕ ਹੈ, ਇਸੇ ਲਈ ਜਦੋਂ ਤੁਸੀਂ ਦੇਖੋ ਬ੍ਰਾਹਮਣ ਲੋਕ ਜਿਹੜੇ ਦੂਸਰਿਆਂ ਨੂੰ ਸਟੱਡੀ ਕਰਵਾਉਂਦੇ ਸੀ, ਬ੍ਰਾਹਮਣ ਲੋਕ ਜਿਹੜੇ ਦੂਸਰਿਆਂ ਨੂੰ ਪੜ੍ਹਾਉਣ ਦਾ ਕੰਮ ਕਰਦੇ ਸੀਗੇ, ਉਹਨਾਂ ਦੇ ਦੁਆਰਾ ਵੀ ਕੁਛ ਨਾ ਕੁਛ ਲਿਖਿਆ ਗਿਆ, ਲੇਕਿਨ ਸਿੱਖੀਜ਼ਮ ਦੇ ਅਗੇਂਸਟ, ਨਾ ਕਿ ਸਿੱਖੀਜ਼ਮ ਦੇ ਫੇਵਰ ਦੇ ਵਿੱਚ। ਸਮਝ ਆਈ? तो ਹਿੰਦੂਆਂ ਦੇ ਦੁਆਰਾ ਜੋ ਵੀ ਰਾਈਟ ਡਾਊਨ ਕੀਤਾ ਗਿਆ ਉਹ ਵੀ ਨਾਟ ਅਕੋਰਡਿੰਗ ਟੂ ਦਾ ਹਿਸਟਰੀ। ਠੀਕ ਹੈ, ਜਿਨ੍ਹਾਂ ਤੋਂ ਸਾਨੂੰ ਨੌਲੇਜ ਮਿਲ ਸਕੇ, ਸਾਡੀ ਹਿਸਟਰੀ ਦੇ ਅਕੋਰਡਿੰਗ ਹੈ ਹੀ ਨਹੀਂ ਸੀ। ਤੀਸਰਾ ਹੈਗਾ ਕਹਿੰਦੇ ਹੋਸਟਾਈਲ ਐਟੀਟਿਊਡ ਆਫ ਦਾ ਓਪੋਨੈਂਟਸ ਆਫ ਦਾ ਸਿੱਖ। ਕਹਿੰਦੇ ਸਿੱਖਾਂ ਪ੍ਰਤੀ ਵਿਰੋਧੀਆਂ ਦੀ ਭਾਵਨਾ। ਹੁਣ ਬਹੁਤ ਸਾਰੇ ਸਿੱਖ ਵੀ ਇਦਾਂ ਦੇ ਸੀਗੇ ਜਿਹੜੇ ਸਿੱਖਾਂ ਦੇ ਨਾਲ ਹੀ ਮਤਲਬ ਜਿਹੜਾ ਵੈਰ ਰੱਖਦੇ ਸੀ, ਸਿੱਖਾਂ ਦੇ ਹੀ ਅਗੇਂਸਟ ਸੀ। ਤੁਸੀਂ ਹੁਣ ਨਾਮ ਅੱਛੇ ਤਰੀਕੇ ਨਾਲ ਸੁਣ ਲਿਆ ਨਾ, ਤੇ ਮੇਰੇ ਖਿਆਲ ਨਾਲ ਤੁਹਾਨੂੰ ਯਾਦ ਵੀ ਹੋਏਗਾ, ਇਸ ਲਈ ਤੁਹਾਨੂੰ ਪਹਿਲਾਂ ਚੈਪਟਰ ਪੜ੍ਹਾ ਦਿੱਤੇ ਗਏ ਸੀਗੇ ਤਾਂ ਜੋ ਜਦੋਂ ਬੈਕ ਚੈਪਟਰ ਦੀ ਵਾਰੀ ਆਵੇ ਤੁਹਾਨੂੰ ਆਲਰੇਡੀ ਸਾਰੀਆਂ ਚੀਜ਼ਾਂ ਪਤਾ ਹੋਣ ਕਿ ਆਪਾਂ ਇਹ ਚੀਜ਼ਾਂ ਕਰ ਚੁੱਕੇ ਹਾਂ। ਪ੍ਰਿਥਿਆ ਦਾ ਨਾਮ ਸੁਣਿਆ ਹੈ ਨਾ, ਰਾਮ ਰਾਏ ਦਾ ਨਾਮ ਸੁਣਿਆ ਹੋਏਗਾ, ਠੀਕ ਹੈ, ਧੀਰਮਲ ਦਾ ਨਾਮ ਸੁਣਿਆ ਹੋਏਗਾ। ਇਹ ਸਾਰੇ ਪਰਸਨ ਕੌਣ ਨੇ? ਜਿਹੜੇ ਸਿੱਖਾਂ ਦੇ ਨਾਲ ਹੀ ਰਿਲੇਟ ਨੇ, ਲੇਕਿਨ ਇਹਨਾਂ ਨੂੰ ਪੋਸਟ ਨਾ ਮਿਲਣ ਕਰਕੇ, ਗੁਰਸ਼ਿਪ ਨਾ ਮਿਲਣ ਕਰਕੇ, ਗੁਰਗੱਦੀ ਨਾ ਮਿਲਣ ਦੇ ਕਰਕੇ ਇਹਨਾਂ ਨੇ ਜਦੋਂ ਵੀ ਆਪਣੀ ਕੋਈ ਬਾਣੀ ਲਿਖੀ, ਠੀਕ ਹੈ, ਜਦੋਂ ਵੀ ਆਪਣੀ ਕੋਈ ਟ੍ਰੈਜੇਡੀ ਲਿਖੀ ਤੇ ਸਿੱਖਾਂ ਦੇ ਅਗੇਂਸਟ ਹੀ ਲਿਖਣੀ ਸਟਾਰਟ ਕਰ ਦਿੱਤੀ, ਜਿਹਦੇ ਕਰਕੇ ਫਿਰ ਤੋਂ ਪ੍ਰੋਬਲਮ ਆਈ ਸਾਡੀ ਹਿਸਟਰੀ ਨੂੰ ਜਾਣਨ ਦੇ ਵਿੱਚ। ਨੈਕਸਟ ਹੈ ਕਹਿੰਦੇ ਸਿੱਖ ਡਿਡ ਨਾਟ ਫਾਈਂਡ ਟਾਈਮ ਟੂ ਰਾਈਟ देयर ਓਨ ਹਿਸਟਰੀ। ਸਿੱਖਾਂ ਦੇ ਕੋਲ ਕਹਿੰਦੇ ਇੰਨਾ ਟਾਈਮ ਹੀ ਨਹੀਂ ਸੀਗਾ ਕਿ ਉਹ ਆਪਣੀ ਹਿਸਟਰੀ ਨੂੰ ਆਪ ਲਿਖ ਪਾਉਂਦੇ। ਹੁਣ ਤੁਸੀਂ ਇਹ ਵੀ ਸਮਝੋ, ਜਦੋਂ ਤੋਂ ਸਿੱਖ ਆਏ ਆ, ਠੀਕ ਹੈ, 18 ਸੈਂਚੁਰੀ ਸਟਾਰਟ ਹੋ ਗਈ। 18 ਸੈਂਚੁਰੀ ਦੇ ਵਿੱਚ ਟੋਟਲੀ ਆਪਾਂ 16 ਸੈਂਚੁਰੀ ਗੁਰੂ ਨਾਨਕ ਦੇਵ ਜੀ ਤੋਂ ਸਟਾਰਟ ਕੀਤੀ ਸੀ। 18 ਸੈਂਚੁਰੀ ਆਈ, ਪੰਜਾਬ ਦੇ ਵਿੱਚ ਬਹੁਤ ਯੁੱਧ ਹੋਏ,
ਬਹੁਤ ਫਾਈਟਸ ਹੋਈਆਂ, ਇਨਵਾਇਰਨਮੈਂਟ ਟੋਟਲੀ ਡਿਸਟਰੋਏ ਹੋ ਗਿਆ, ਅਨਪੀਸਫੁਲ ਜਿਹੜਾ ਇਨਵਾਇਰਨਮੈਂਟ ਹੋ ਗਿਆ। ਠੀਕ ਹੈ, ਹਰ ਜਗ੍ਹਾ ਦੇ ਉੱਤੇ ਜਿਹੜੇ ਹੈਗਾ ਲੋਕਾਂ ਨੇ ਇੱਕ ਦੂਜੇ ਦੇ ਉੱਤੇ ਅਟੈਕ ਕਰਨਾ ਸਟਾਰਟ ਕਰ ਦਿੱਤਾ। ਲੋਕ ਆਪਣੇ ਘਰਾਂ ਨੂੰ ਛੋੜ ਕੇ ਬਾਹਰ ਜੰਗਲਾਂ ਦੇ ਵਿੱਚ ਜਾਣਾ ਸਟਾਰਟ ਕਰਨ ਲੱਗ ਗਏ, ਜਿਹਦੇ ਕਰਕੇ ਕਹਿੰਦੇ ਸਿੱਖਾਂ ਨੇ ਕਲਮ ਨੂੰ ਉਠਾਉਣ ਦੀ ਬਜਾਏ, ਮਤਲਬ ਬਜਾਏ ਕਿ ਉਹ ਪੈਨ ਦੇ ਨਾਲ ਰਾਈਟ ਡਾਊਨ ਕਰ ਸਕਣ ਆਪਣੇ ਗੁਰੂਆਂ ਦੇ ਬਾਰੇ ਵਿੱਚ ਕੁਝ, ਉਹਨਾਂ ਨੂੰ ਕੀ ਰਾਈਟ ਡਾਊਨ ਕਰਨਾ ਪਿਆ, ਮਤਲਬ ਰਾਈਟ ਡਾਊਨ ਨਹੀਂ ਕਰਨਾ ਪਿਆ, ਉਹਨਾਂ ਨੂੰ ਹੋਲਡ ਦਾ ਸਵਰਡ, ਤਲਵਾਰਾਂ ਨੂੰ ਹੱਥ ਵਿੱਚ ਫੜਨਾ ਪਿਆ। ਠੀਕ ਹੈ, ਤੋ ਆਪਣੇ ਬਾਰੇ ਕੁਝ ਲਿਖ ਹੀ ਨਹੀਂ ਪਾਏ ਕਿਉਂਕਿ ਇਨਵਾਇਰਨਮੈਂਟ ਇੰਨਾ ਕੁ ਜ਼ਿਆਦਾ ਖਰਾਬ ਹੋ ਗਿਆ ਸੀ। ਨੈਕਸਟ ਹੈ ਕਹਿੰਦੇ ਡਿਸਟਰਕਸ਼ਨ ਆਫ ਹਿਸਟੋਰੀਕਲ ਸੋਰਸਿਸ। डिस्ट्रक्शंस ਦਾ ਮੈਂ ਬੋਲਣਾ ਨਾ ਡਿਸਟਰੋਏ। ਠੀਕ ਹੈ, ਤੋ ਡਿਸਟਰਕਸ਼ਨਸ ਦਾ ਮਤਲਬ ਹੈਗਾ ਨਸ਼ਟ ਹੋ ਜਾਣਾ। ਕਹਿੰਦੇ ਇਤਿਹਾਸ ਜਿਹੜੇ ਸੋਰਸਿਸ ਸੀ ਨਾ ਉਹਦੇ ਨਸ਼ਟ ਹੋ ਗਏ ਸੀ। ਹੁਣ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਕਿ ਹੁਣ ਇਤਿਹਾਸ ਦੇ ਸੋਰਸਿਸ ਦਾ ਮਤਲਬ ਸਾਡੇ ਗ੍ਰੰਥ ਕਿੱਦਾਂ ਨਸ਼ਟ ਹੋਏ। ਸਾਡੇ ਨਾ ਦੇਸ਼, ਸਾਡੇ ਪੰਜਾਬ ਦੇ ਉੱਤੇ ਕਹਿੰਦੇ ਕਿ ਮੁਗਲਾਂ ਨੇ ਇੰਨੇ ਕੁ ਜ਼ਿਆਦਾ ਹਮਲੇ ਕੀਤੇ ਕਿ ਜਿਹਦੇ ਕਰਕੇ ਕੋਈ ਵੀ ਚੀਜ਼ ਇੱਥੇ ਰਹਿ ਨਹੀਂ ਪਾਈ। ਫੋਰ ਐਗਜ਼ਾਮਪਲ ਦੇ ਤੌਰ ਤੇ 1739 ਦੇ ਵਿੱਚ ਨਾਦਰ ਸ਼ਾਹ ਨੇ ਹਮਲੇ ਕੀਤੇ, 1747 ਤੋਂ ਲੈ ਕੇ 1767 ਤੱਕ ਅਹਿਮਦ ਸ਼ਾਹ ਅਬਦਾਲੀ ਨੇ 8 ਵਾਰ ਪੰਜਾਬ ਤੇ ਹਮਲਾ ਕੀਤਾ। ਜਿੰਨੀਆਂ ਵੀ ਸਾਡੀਆਂ ਚੀਜ਼ਾਂ ਸੀ ਨਾ, ਸਾਡੇ ਸੋਰਸਿਸ ਸੀ ਜਿਨ੍ਹਾਂ ਤੋਂ ਸਾਨੂੰ ਹਿਸਟਰੀ ਦੇ ਬਾਰੇ ਵਿੱਚ ਕੁਝ ਨੌਲੇਜ ਮਿਲ ਸਕਦੀ ਸੀ, ਸਾਰੇ ਡਿਸਟਰੋਏ ਹੋ ਗਏ। ਇਹ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਵਿੱਚ ਉਹ ਚੀਜ਼ਾਂ ਬਚੀਆਂ ਨਹੀਂ ਸੀ, ਬਚੀਆਂ ਸੀ, ਲੇਕਿਨ ਉੱਥੋਂ ਉਸ ਟਾਈਮ ਦੇ ਲੋਕਾਂ ਨੂੰ ਉਸ ਚੀਜ਼ ਦੇ ਬਾਰੇ ਵਿੱਚ ਨੌਲੇਜ ਹੀ ਨਹੀਂ ਸੀ, ਹੈ ਨਾ। ਤਾਂ ਉਹਨਾਂ ਲਈ ਤਾਂ ਸਾਰੀਆਂ ਚੀਜ਼ਾਂ ਵਿਅਰਥ ਹੋਈਆਂ ਨਾ, ਖਰਾਬ ਹੋਈਆਂ, ਇੱਕ ਕਿਸਮ ਦੀ ਯੂਜ਼ਲੈਸ ਚੀਜ਼ ਹੋਈਆਂ, ਵੇਸਟ ਮਟੀਰੀਅਲ ਹੋ ਗਿਆ। ਸੋ ਮੈਂ ਇਹ ਨਹੀਂ ਕਹਿ ਰਹੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਵਿੱਚ ਕੁਝ ਬਚਿਆ ਨਹੀਂ ਸੀ, ਬਚਿਆ ਸੀ, ਲੇਕਿਨ ਲੋਕਾਂ ਨੂੰ ਉਹਨਾਂ ਬਾਰੇ ਨੌਲੇਜ ਨਹੀਂ ਸੀ, ਹੈ ਨਾ। ਹੁਣ ਵੀ ਤੁਹਾਨੂੰ ਇਹੀ ਕਿਹਾ ਜਾਂਦਾ ਹੈ ਨਾ ਕਿ ਹੁਣ ਪੜ੍ਹ ਲਓ, ਤੁਹਾਨੂੰ ਹਜੇ ਨੌਲੇਜ ਨਹੀਂ ਹੈ, ਤੁਹਾਨੂੰ ਲੱਗਦਾ ਹੈ ਕਿ ਵੇਸਟ ਆਫ ਟਾਈਮ। ਠੀਕ ਹੈ, ਪੇਪਰਾਂ ਦੇ ਟਾਈਮ ਪੀਰੀਅਡ ਦੇ ਵਿੱਚ ਪੜ੍ਹ ਲੈਣਾ ਵਾ। ਜਦੋਂ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਪਤਾ ਲੱਗੇਗਾ ਨਾ ਕਿ ਉਸ ਟਾਈਮ ਜਦੋਂ ਇਹਨਾਂ ਨੂੰ ਸੰਭਾਲਣਾ ਚਾਹੀਦਾ ਸੀਗਾ, ਜਦੋਂ ਮੌਕਾ ਸੀ ਇਹਨਾਂ ਚੀਜ਼ਾਂ ਨੂੰ ਸੰਭਾਲਣ ਦਾ, ਜਦੋਂ ਪੜ੍ਹਨ ਦੇ ਦਿਨ ਸੀ, ਉਦੋਂ ਨਹੀਂ ਅਸੀਂ ਕੁਝ ਵੀ ਕੀਤਾ। ਬਾਅਦ ਵਿੱਚ ਇਹਨਾਂ ਚੀਜ਼ਾਂ ਨੂੰ ਲੱਭੋਗੇ ਨਾ ਤੇ ਕੁਝ ਨਹੀਂ ਮਿਲਣਾ। ਇਹ ਰਿਐਲਿਟੀ ਹੈ। ਜੋ ਚੀਜ਼ਾਂ ਅਸੀਂ ਖੋ ਦਿੰਨੇ ਆ ਨਾ, ਦੁਬਾਰਾ ਉਹ ਚੀਜ਼ਾਂ ਕਦੇ ਨਹੀਂ ਮਿਲਦੀਆਂ ਜ਼ਿੰਦਗੀ ਦੇ ਵਿੱਚ। ਲਾਈਫ ਹੈ, ਕੁਝ ਚੀਜ਼ਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ, ਲੇਕਿਨ ਅਸੀਂ ਹਰ ਚੀਜ਼ ਨੂੰ ਖਰਾਬ ਕਰਦੇ ਹਾਂ। ਸਾਨੂੰ ਲੱਗਦਾ ਹੈ ਜਦੋਂ ਟਾਈਮ ਜਿਸ ਚੀਜ਼ ਦਾ ਆਏਗਾ ਉਸ ਚੀਜ਼ ਨੂੰ ਉਦੋਂ ਪਕੜ ਲਿਆ ਜਾਏਗਾ। ਨਹੀਂ, ਟਾਈਮ ਨਹੀਂ ਦਿੰਦਾ ਤੁਹਾਨੂੰ ਟਾਈਮ, ਹੈ ਨਾ। ਤਾਂ ਟਾਈਮ ਤੋਂ ਬੀਤ ਗਿਆ ਨਾ, ਪਿਛਲੇ 12 ਮਿੰਟ ਦੁਬਾਰਾ ਮੈਨੂੰ ਵਾਪਸ ਕਰ ਦਿਓ, ਨਹੀਂ ਕਰ ਸਕਦੇ। ਕੁਝ ਆਪਣਾ ਗਲਤ ਬਿਹੇਵ ਕੀਤਾ ਹੋਇਆ ਮੇਰੇ ਨਾਲ, ਜਾਂ ਮੈਂ ਤੁਹਾਡੇ ਨਾਲ ਗਲਤ ਬਿਹੇਵ ਕਰਤਾ ਕਦੇ, ਉਹ ਚੀਜ਼ਾਂ ਨੂੰ ਵਾਪਸ ਸੌਰੀ ਦੇ ਵਿੱਚ ਲੈ ਆਓ, ਨਹੀਂ ਲਿਆ ਸਕਦੇ। ਖੁੰਦਕ ਹੈ, ਰਹੇਗੀ, ਹੈਗੀ ਹੈ। ਟਾਈਮ ਨਹੀਂ ਦਿੰਦਾ ਤੁਹਾਨੂੰ ਟਾਈਮ। ਇੱਕ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ, ਠੀਕ ਹੈ। ਜੋ ਚੀਜ਼ਾਂ ਹੁਣ ਨੇ ਨਾ, ਜਸਟ ਹੁਣ ਨੇ, ਇੰਜੋਏ ਕਰੋ, ਖਰਾਬ ਕਰੋ, ਸਭ ਕੁਝ ਹੋਣੀ। ਸੋ ਇਹ ਨਹੀਂ ਕਹਿ ਰਹੀ ਕਿ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਵਿੱਚ ਕੁਝ ਚੀਜ਼ਾਂ ਬਚੀਆਂ ਨਹੀਂ ਸੀ, ਸਭ ਕੁਝ ਬਚਿਆ ਸੀ, ਲੇਕਿਨ ਉੱਥੋਂ ਦੇ ਲੋਕਾਂ ਨੂੰ ਕੁਝ ਨੌਲੇਜ ਨਹੀਂ ਸੀ ਕਿ ਇਹਨਾਂ ਨੂੰ ਕੁਝ ਸੰਭਾਲ ਸਕਣ। ਠੀਕ ਹੈ, ਅੱਜ ਸ਼ਾਇਦ ਸਾਨੂੰ ਕੁਝ ਅੱਛਾ ਮਿਲ ਜਾਂਦਾ ਪੜ੍ਹਨ ਦੇ ਲਈ। ਪੋਥੀਆਂ ਪੜ੍ਹਦੇ ਹੋ ਕਦੇ? ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੁੰਦੀਆਂ ਨੇ, ਵੈਸੇ ਤਾਂ ਮੈਂ ਵੀ ਨਹੀਂ ਕਦੇ ਪੜ੍ਹੀਆਂ, ਲੇਕਿਨ ਅਗਰ ਪੜ੍ਹਨ ਦਾ ਟਾਈਮ ਮਿਲਿਆ ਨਾ ਤੇ ਜ਼ਰੂਰ ਪੜ੍ਹਿਓ। ਸਮਝ ਚਾਹੇ ਸਾਨੂੰ ਕੁਝ ਨਹੀਂ ਆਏਗਾ, ਪਾਠ ਵੀ ਕਰਦੇ ਆ ਨਾ ਕਦੇ, ਸਮਝ ਕੁਝ ਨਹੀਂ ਆਉਂਦਾ। ਰਿਐਲਿਟੀ ਹੈ, ਰਹਿ ਰਾਸਤਾ ਪਾਠ ਜਿਹੜਾ ਹੈਗਾ ਮੈਂ 7 ਮਿੰਟਸ ਦੇ ਵਿੱਚ ਕੰਪਲੀਟ ਕਰਦੀ ਹਾਂ, ਪਰ ਮੈਨੂੰ ਸਮਝ ਇੱਕ ਅੱਖਰ ਨਹੀਂ ਆਉਂਦਾ, ਰਟਿਆ ਹੋਇਆ ਹੈ ਤੋਤੇ ਦੀ ਤਰ੍ਹਾਂ, ਸਮਝ ਨਹੀਂ ਆਉਂਦਾ। ਸਮਝ ਆਉਂਦਾ ਹੈ, ਨਹੀਂ ਆਉਂਦਾ ਹੈ, ਮੈਟਰ ਨਹੀਂ ਕਰਦਾ, ਲੇਕਿਨ ਜੋ ਚੀਜ਼ ਸਾਡੀ ਜ਼ੁਬਾਨ ਤੇ ਚੜ ਜਾਂਦੀ ਹੈ ਉਹ ਇੱਕ ਰਿਐਲਿਟੀ ਹੈ ਨਾ। ਚਲੋ ਦੁਬਾਰਾ ਆਉਂਦੇ ਹਾਂ ਕਿ ਕਹਿੰਦੇ ਕਿ ਅਹਿਮਦ ਸ਼ਾਹ ਅਬਦਾਲੀ ਨੇ ਇੱਥੇ 8 ਵਾਰ ਹਮਲੇ ਕੀਤੇ, ਬਚੀਆਂ ਖੁਚੀਆਂ ਜੋ ਵੀ ਚੀਜ਼ਾਂ ਸੀ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਗਈਆਂ ਸੀ। ਉੱਥੋਂ ਦੇ ਲੋਕ ਤਾਂ ਆਪਣੇ ਬੱਚਿਆਂ ਨੂੰ ਨਹੀਂ ਸੀ ਬਚਾ ਪਾਏ। ਉੱਥੋਂ ਦੇ ਲੋਕਾਂ ਨੇ ਇਹੋ ਜਿਹੀਆਂ ਮਤਲਬ ਜੋ ਸੰਭਾਲਣ ਵਾਲੀਆਂ ਚੀਜ਼ਾਂ ਸੀ, ਜੋ ਕਿ ਬਹੁਤ ਅੱਛੇ ਟਾਈਪ ਦੇ ਜੋ ਮਟੀਰੀਅਲ ਸੀਗਾ, ਉਹ ਲੋਕ ਬਿਲਕੁਲ ਨਹੀਂ ਸੀ ਸਾਂਭ ਸਕਦੇ। ਠੀਕ ਹੈ, ਬਿਕੋਜ਼ ਉੱਥੋਂ ਦੇ ਇੰਨੇ ਵਾਰ ਹਮਲੇ ਤੋਂ ਬਾਅਦ ਲੋਕ ਆਪਣੇ ਬੱਚਿਆਂ ਨੂੰ, ਲੋਕ ਆਪਣੇ ਫੈਮਿਲੀ ਨੂੰ ਨਹੀਂ ਸੀ ਬਚਾ ਪਾਏ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ ਵੀ ਇੱਥੇ ਬਹੁਤ ਵਾਰ ਹਮਲੇ ਕਰ ਦਿੱਤੇ ਸੀ। ਉਸ ਤੋਂ ਬਾਅਦ ਇਹ ਪੰਜਾਬ ਅ ਪਾਰਟ ਆਫ ਦਾ ਮੁਗਲ ਐਮਪਾਇਰ, ਪੰਜਾਬ ਮੁਗਲ ਐਮਪਾਇਰ ਦੇ ਟਾਈਮ ਪੀਰੀਅਡ ਦਾ ਜਿਹੜਾ ਸੀਗਾ
ਇੱਕ ਹਿੱਸਾ ਸੀ। ਕਹਿੰਦੇ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਮੁਗਲਾਂ ਨੇ ਬਹੁਤ ਵਾਰ ਹਮਲੇ ਕੀਤੇ ਸੀ, ਠੀਕ ਹੈ, ਜਿਹਦੇ ਕਰਕੇ ਕਹਿੰਦੇ 1752 ਦੇ ਵਿੱਚ ਪੰਜਾਬ ਮੁਗਲਾਂ ਦਾ ਇੱਕ ਹਿੱਸਾ ਬਣ ਗਿਆ ਸੀ, ਮੁਗਲਾਂ ਦਾ ਇੱਕ ਪਾਰਟ ਬਣ ਗਿਆ ਸੀ। ਕਹਿੰਦੇ ਬਹੁਤ ਸਾਰੇ ਬਾਦਸ਼ਾਹ ਜਿਹੜੇ ਸੀਗੇ ਉਹਨਾਂ ਨੇ ਵੀ ਪੰਜਾਬ ਦੀ ਹਾਲਤ ਨੂੰ ਲਿਖਿਆ। ਪੰਜਾਬ ਦੀ ਹਾਲਤ ਨੂੰ ਲਿਖਣ ਦੇ ਬਾਰੇ ਵਿੱਚ ਕਹਿੰਦੇ ਉਹਨਾਂ ਨੇ ਪੰਜਾਬ ਦੀਆਂ ਕੰਡੀਸ਼ਨਸ ਨੂੰ ਲਿਖਿਆ ਸੀ। ਮੈਂ ਤੁਹਾਨੂੰ ਬਹੁਤ ਸਾਰੇ ਇੱਥੇ ਬਾਬਰ ਕਰਵਾਇਆ, ਅਕਬਰ ਕਰਵਾਇਆ, ਸ਼ਾਹਜਹਾਂ ਕਰਵਾਇਆ, ਜਹਾਂਗੀਰ ਕਰਵਾਇਆ ਨਾ ਸਾਰਾ ਕੁਝ। ਮੈਂ ਸਭ ਦੀਆਂ ਕੰਡੀਸ਼ਨਸ ਕਰਵਾਈਆਂ ਨੇ ਨਾ ਕਿ ਉਸ ਟਾਈਮ ਦੀ ਇਕਨੋਮਿਕ ਕੰਡੀਸ਼ਨ ਕਿੱਦਾਂ ਦੀ ਸੀ, ਸੋਸ਼ਲ ਕੰਡੀਸ਼ਨ ਕਿੱਦਾਂ ਦੀ ਸੀ। ਇਹ ਮੈਂ ਕੀ ਕਰਵਾਇਆ? ਇਤਿਹਾਸ ਹੀ ਕਰਵਾਇਆ ਤੁਹਾਨੂੰ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਹੀ ਦਿੱਤੀ ਜੋ ਇੱਥੇ ਲਿਖਿਆ ਹੋਇਆ ਵਾ। ਕਹਿੰਦੇ ਮੁਗਲਾਂ ਨੇ ਵੀ ਪੰਜਾਬ ਦੇ ਵਿੱਚ ਹਿੱਸਾ ਪਾਇਆ ਸੀ। ਮੁਗਲਾਂ ਦੇ ਟਾਈਮ ਪੀਰੀਅਡ ਦੇ ਵਿੱਚ ਵੀ ਪੰਜਾਬ ਜਿਹੜਾ ਸੀਗਾ ਕਿਹਦਾ ਹਿੱਸਾ ਰਿਹਾ, ਸਭ ਦੇ ਬਾਰੇ ਵਿੱਚ ਉਹਨਾਂ ਨੇ ਰਾਈਟ ਡਾਊਨ ਕੀਤਾ ਵਾ। ਕਹਿੰਦੇ ਕਿ ਅਨਟੈਪਡ ਹਿਸਟੋਰੀਕਲ ਸੋਰਸ, ਕਹਿੰਦੇ ਕੋਖੇ ਇਤਿਹਾਸਿਕ ਸੋਮੇ। ਕਹਿੰਦੇ ਬਹੁਤ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਵਿੱਚ ਵੀ ਨਾ ਕੁਝ ਚਿੱਠੀਆਂ ਸੀ, ਕੁਝ ਵਹੀਏ ਸੀ, ਵਹੀਏ ਹੀ ਹੁੰਦੇ ਆ, ਠੀਕ ਹੈ ਨਾ, ਕੁਝ ਚਿੱਠੀਆਂ ਸੀ, ਯਾਨੀ ਕਿ ਕੁਝ ਲੈਟਰ ਸੀਗੇ। ਸੋ ਬਹੁਤ ਸਾਰੇ ਇਦਾਂ ਦਾ ਮਟੀਰੀਅਲ ਸੀਗਾ ਜਿਹੜਾ ਕਿ ਹਮੇਸ਼ਾ ਹੀ ਇੱਕ ਬਾਕਸ ਦੇ ਵਿੱਚ ਬੰਦ ਰਹਿ ਗਿਆ। ਮੈਂ ਤੁਹਾਨੂੰ ਆਲਰੇਡੀ ਬੋਲਿਆ ਸੀ, ਮੈਂ ਤੁਹਾਨੂੰ ਪਿੱਛੇ ਵੀ ਇਹ ਚੀਜ਼ ਦੱਸਦੀ ਕਿ ਹਟੀਆਂ ਕਿ ਇਹ ਨਾ ਸਮਝੋ ਗੁਰੂਆਂ ਦਾ ਟਾਈਮ ਪੀਰੀਅਡ ਖਤਮ ਹੋ ਗਿਆ ਤੇ ਗੁਰੂਆਂ ਤੋਂ ਬਾਅਦ ਜਿਹਦਾ ਟਾਈਮ ਪੀਰੀਅਡ ਚੱਲਿਆ ਉਹਨਾਂ ਨੇ ਕਿਤੇ ਸਾਂਭ ਕੇ ਨਹੀਂ ਚੀਜ਼ਾਂ ਰੱਖੀਆਂ। ਨਹੀਂ ਬੇਟਾ, ਸਾਂਭ ਕੇ ਰੱਖੀਆਂ ਸੀ, ਬਟ ਉਹਨਾਂ ਨੂੰ ਉਹਨਾਂ ਚੀਜ਼ਾਂ ਦੀ ਵੈਲਿਊ ਨਹੀਂ ਸੀ ਪਤਾ। ਇਸ ਲਈ ਬੋਲਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਵਿੱਚ ਵੀ ਕੁਝ ਲੈਟਰ ਸੀਗੇ, ਕੁਝ ਹੁਕਮਨਾਮੇ ਸੀਗੇ, ਕੁਝ ਵਹੀਏ ਸੀਗੇ, ਲੇਕਿਨ ਉਹ ਸਾਰਾ ਇੱਕ ਬਾਕਸ 'ਚ ਬੰਦ ਸੀ, ਠੀਕ ਹੈ, ਜਿਨ੍ਹਾਂ ਨੂੰ ਉਹ ਕਦੇ ਰੀਓਪਨ ਅਗਰ ਕਰਨਾ ਵੀ ਚਾਹਣ, ਕਰਕੇ ਅਗਰ ਦੇਖਣਾ ਵੀ ਚਾਹਣ ਤੇ ਸ਼ਾਇਦ ਉਸਦੀ ਉਹ ਵੈਲਿਊ ਰਹੀ ਹੋਈ ਨਹੀਂ, ਠੀਕ ਹੈ, ਬਿਕੋਜ਼ ਉਹਨਾਂ ਨੂੰ ਉਹਨਾਂ ਦੀ ਵੈਲਿਊ ਪਤਾ ਹੀ ਨਹੀਂ ਸੀ। ਉਸ ਤੋਂ ਬਾਅਦ ਹੈ ਪਟੀਸ਼ਨ ਆਫ ਪੰਜਾਬ। ਇਹਨੂੰ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਲਿਖ ਲਓ। ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਅਕਸਰ ਤੁਹਾਨੂੰ ਆ ਜਾਂਦਾ ਹੈ ਕਿ ਪਾਰਟੀਸ਼ਨ ਆਫ ਪੰਜਾਬ, ਕਿ ਪੰਜਾਬ ਦੀ ਵੰਡ। ਆਪਣੇ ਕੋਲੋਂ ਕੁਝ ਵੀ ਨਾ ਲਿਖਾਣਾ, ਜੋ ਬੋਲਿਆ ਗਿਆ ਜਸਟ ਉਸ ਨੂੰ ਹੀ ਲਿਖਣਾ ਹੈਗਾ, ਠੀਕ ਹੈ, ਕਿ 1947 ਦੇ ਵਿੱਚ ਪੰਜਾਬ ਦੇ ਵਿੱਚ ਵੰਡ ਹੋ ਗਈ ਸੀਗੀ, ਠੀਕ ਹੈ। ਕਹਿੰਦੇ ਕਿ ਪੰਜਾਬ ਦੀ ਜਦੋਂ ਵੰਡ ਹੋਈ ਸੀ, ਪੰਜਾਬ ਦੀ ਰਾਜਧਾਨੀ ਯਾਨੀ ਕਿ ਕੈਪੀਟਲ ਸੀ ਲਾਹੌਰ, ਪੰਜਾਬ ਯੂਨੀਵਰਸਿਟੀ, ਤੇ ਕਹਿੰਦੇ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਇੱਕ ਮੈਮੋਰੇਬਲ ਜੋ ਹੈਗੀਆਂ ਨੇ ਇਮਾਰਤਾਂ ਜਾਂ ਫਿਰ ਬਹੁਤ ਸਾਰੇ ਕਹਿ ਲਓ ਕਿ ਗ੍ਰੰਥ, ਇਹ ਪਾਕਿਸਤਾਨ ਦੇ ਵਿੱਚ ਹੀ ਰਹਿ ਗਏ ਸੀਗੇ। ਕਹਿੰਦੇ ਇਸ ਤੋਂ ਇਲਾਵਾ ਇੰਨੀ ਕੁ ਜ਼ਿਆਦਾ ਭਾਰਤ ਪਾਕਿਸਤਾਨ ਦੀ ਜਿਹੜੀ ਸੀਗੀ ਫਾਈਟ ਹੋ ਗਈ ਸੀ, ਇੱਕ ਦੂਜੇ ਤੇ ਅਟੈਕ ਕੀਤਾ ਸੀਗਾ, ਜਿਹਦੇ ਕਰਕੇ ਬਹੁਤ ਸਾਰੇ ਸਾਡੇ ਗ੍ਰੰਥ, ਬਹੁਤ ਸਾਰੀਆਂ ਸਾਡੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਡਿਸਟਰੋਏ ਹੋ ਗਈਆਂ ਸੀ, ਖਤਮ ਹੋ ਗਈਆਂ ਸੀ। ਇਸ ਲਈ ਅੱਜ ਸਾਡੇ ਕੋਲ ਕੋਈ ਵੀ ਰਾਈਟ ਵੇ ਦੀਆਂ ਚੀਜ਼ਾਂ ਸਾਡੇ ਕੋਲ ਨਹੀਂ ਮਿਲ ਪਾਉਂਦੀਆਂ, ਹੈ ਨਾ। ਉਸ ਤੋਂ ਬਾਅਦ ਹੈ ਕਾਈਂਡ ਆਫ ਸੋਰਸਿਸ, ਜੋ ਕਿ ਤੁਹਾਨੂੰ ਇੱਕ ਮੇਨ ਕੁਐਸਚਨ ਆਣਾ ਹੈ, ਠੀਕ ਹੈ। ਇਸ ਕੁਐਸਚਨ ਦੇ ਬੇਸ ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਕੁਐਸਚਨ ਦੇ ਬੇਸ ਤੇ ਆਉਣੀਆਂ। ਹੁਣ ਤੁਸੀਂ ਦੇਖ ਲਓ ਇਹਦੇ 8 ਪੁਆਇੰਟ ਨੇ, 8 ਪੁਆਇੰਟਾਂ ਦੇ ਨੈਕਸਟ ਸਬ ਪੁਆਇੰਟ ਨੇ। ਹੋ ਸਕਦਾ ਇਹਨਾਂ 8 ਪੁਆਇੰਟਾਂ ਦੇ ਜਿਹੜੇ ਇੱਕ ਪੁਆਇੰਟ ਦੇ 8 ਸਬ ਪੁਆਇੰਟ ਹੋਣ, ਹੈ ਨਾ। ਤੋ ਇੱਕ ਪੁਆਇੰਟ ਦੇ 8 ਜਿਹੜੇ ਹੈਗੇ ਆ ਸਬ ਪੁਆਇੰਟ ਹੈਗੇ ਨੇ। ਤੁਸੀਂ ਇਹ ਮੰਨ ਕੇ ਚੱਲੋ ਕਿ ਇੱਕ ਪੁਆਇੰਟ ਦੇ ਜਿਹੜੇ ਸਭ 8 ਪੁਆਇੰਟ ਹੈਗੇ ਨੇ, ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਲਿਖ ਪਾਓਗੇ। ਇਸ ਲਈ ਜੋ ਹੁਣ ਮੈਂ ਤੁਹਾਨੂੰ ਦੱਸਾਂਗੀ ਉਹਨਾਂ ਨੂੰ ਤੁਸੀਂ ਲਿਖਣਾ ਹੈ। ਜਦੋਂ ਇਹਨਾਂ ਲਿਖਿਆ ਨਾ ਕਾਈਂਡ ਆਫ ਸੋਰਸਿਸ, ਇਹਦਾ ਮਤਲਬ ਹੈ ਕਿ ਕਿਹਨਾਂ ਚੀਜ਼ਾਂ ਤੋਂ ਸਾਨੂੰ ਸਾਡੇ ਇਤਿਹਾਸ ਦੇ ਬਾਰੇ ਵਿੱਚ ਪਤਾ ਲੱਗਦਾ ਹੈ, ਠੀਕ ਹੈ। ਚਲੋ ਲਿਖਦੇ ਹਾਂ ਕਿ ਰਿਲੀਜੀਅਸ ਲਿਟਰੇਚਰ ਆਫ ਦਾ ਸਿੱਖ, ਠੀਕ ਹੈ, ਯਾਨੀ ਕਿ ਸਿੱਖਾਂ ਦਾ ਧਾਰਮਿਕ ਸਾਹਿਤ। ਅਸੀਂ ਪਹਿਲਾ ਪੁਆਇੰਟ ਗੱਲ ਕਰਾਂਗੇ ਸਿੱਖਾਂ ਦੇ ਧਾਰਮਿਕ ਸਾਹਿਤ ਦੇ ਵਿੱਚੋਂ ਪਹਿਲਾ ਪੁਆਇੰਟ ਹੈ ਜੀ ਆਦਿ ਗ੍ਰੰਥ ਸਾਹਿਬ, ਠੀਕ ਹੈ। ਆਦਿ ਗ੍ਰੰਥ ਸਾਹਿਬ ਜੋ ਕਿ ਸਿੱਖਾਂ ਦਾ ਇੱਕ ਫਰਸਟ ਪੁਆਇੰਟ ਹੈਗਾ ਵਾ, ਠੀਕ ਹੈ। ਸਿੱਖਾਂ ਦਾ ਜਿਹੜਾ ਇੱਕ ਫਰਸਟ ਪੁਆਇੰਟ ਹੈਗਾ ਵਾ ਉਹਦਾ ਨਾਮ ਕੀ ਹੈਗਾ ਵਾ? ਆਦਿ ਗ੍ਰੰਥ ਸਾਹਿਬ, ਠੀਕ ਹੈ। ਮੇਰੀ ਆਵਾਜ਼ ਸਭ ਨੂੰ ਯੈਸ ਔਰ ਨੋ ਦੇ ਵਿੱਚ ਜਵਾਬ ਦੇ ਦਿਓ। मेरी आवाज आ रही है कि नहीं आ रही बच्चे?